ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਇੱਕ ਵਾਰ ਫਿਰ ਤੋਂ ਆਪ ਸਭ ਦੇ ਸਾਹਮਣੇ ਹਾਜ਼ਰ ਹੋ ਗਏ ਹਾਂ। ਤੁਹਾਨੂੰ ਪਤਾ ਹੀ ਹੈ ਕਿ ਦੇਸ਼ ਦੁਨੀਆ ਦੀਆਂ ਬਹੁਤ ਸਾਰੀਆਂ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਪਰ ਅਸੀਂ ਵਿਚਾਰ ਚਰਚਾ ਕਰਦੇ ਹਾਂ। ਖੇਤੀ ਕਾਨੂੰਨਾਂ ਨੂੰ ਲੈ ਕੇ ਸਿਖਰ ਦੀ ਅਦਾਲਤ ਨੇ ਇੱਕ ਕਮੇਟੀ ਬਣਾਈ ਸੀ ਤੇ ਉਹਨੇ ਅੱਜ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਕੀ ਹੈ ਉਹਦੇ ਵਿੱਚ, ਉਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ, ਕਿਸ ਤਰ੍ਹਾਂ ਦੇ ਅਸਾਰ ਰਹਿ ਸਕਦੇ ਨੇ, ਕਿਸ ਤਰ੍ਹਾਂ ਦੇ ਐਲਾਨ ਹੋਏ ਨੇ, ਕੇਂਦਰੀ ਮੰਤਰੀ ਦੀ ਇੱਕ ਚਿੱਠੀ ਬੜੀ ਚਰਚਾ ਵਿੱਚ ਹੈ। ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਗੱਲਬਾਤ ਕਰਦੇ ਹਾਂ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਸਭ ਤੋਂ ਪਹਿਲਾਂ ਸਵਾਗਤ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਪੰਨੂ ਸਾਹਿਬ, 3 ਮੈਂਬਰੀ ਕਮੇਟੀ ਬਣਾਈ ਗਈ ਸੀ ਸਿਖਰਲੀ ਅਦਾਲਤ ਵੱਲੋਂ। ਬੰਦੇ ਪਹਿਲਾਂ 4 ਸੀਗੇ, ਇੱਕ ਇੱਧਰ ਉੱਧਰ ਵੀ ਚਲਾ ਗਿਆ। ਹੁਣ ਪਤਾ ਲੱਗਿਆ ਕਿ ਰਿਪੋਰਟ ਸੌਂਪੀ ਗਈ ਹੈ। ਕੀ ਕਹਿਣਾ ਚਾਹੋਗੇ ਇਸ ਰਿਪੋਰਟ ਦੇ ਬਾਰੇ, ਕਿਉਂਕਿ ਪਤਾ ਲੱਗਿਆ ਕਿ ਕਈ ਬੰਦ ਲਿਫਾਫੇ ਦੇ ਵਿੱਚ ਅੱਗੇ ਵੱਲ ਤੋਰੀ ਗਈ ਹੈ ਚਿੱਠੀ। ਨਵਜੀਤ ਜੀ, ਚਿੱਠੀ ਵੀ ਕਿਤੇ ਕੱਲ ਪਰਸੋਂ ਨਹੀਂ, ਵਾਹਵਾ ਦਿਨਾਂ ਦੀ ਇਹ ਰਿਪੋਰਟ ਜਿਹੜੀ ਆ ਸੁਪਰੀਮ ਕੋਰਟ ਵਿੱਚ ਜਾ ਚੁੱਕੀ ਹੈ ਜੀ। ਅੱਜ ਕੱਲ੍ਹ ਕੇਂਦਰ ਸਰਕਾਰ ਦੇ ਜਾਂ ਕੇਂਦਰ ਸਰਕਾਰ ਨਾਲ ਜੁੜੇ ਲੋਕਾਂ ਦੇ ਜਾਂ ਇਹੋ ਜਿਹੀਆਂ ਕਮੇਟੀਆਂ ਦੇ ਬਹੁਤ ਸਾਰੇ ਫੈਸਲੇ ਚੁੱਪ ਚਪੀਤੇ ਹੋ ਜਾਂਦੇ ਆ। 2 3 4 5 10 ਦਿਨ ਬਾਅਦ ਬਾਹਰ ਆਉਂਦੇ ਆ ਜੀ। ਇਹ ਜਿਹੜੀ ਕਮੇਟੀ ਆ 11 ਜਨਵਰੀ ਨੂੰ ਇਸੇ ਸਾਲ ਸੁਪਰੀਮ ਕੋਰਟ ਨੇ ਉਦੋਂ ਬਣਾਈ ਸੀ ਜਦੋਂ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਲੱਖਾਂ ਦੀ ਗਿਣਤੀ 'ਚ ਜਾ ਬੈਠੇ ਸਨ ਤੇ ਹਾਲਾਤ ਬੜੇ ਨਾਜ਼ੁਕ ਬਣੇ ਪਏ ਸਨ ਜੀ। ਉਦੋਂ ਸੁਪਰੀਮ ਕੋਰਟ ਵਿੱਚ ਇੱਕ ਕਿਸਾਨ ਸੰਸਥਾ ਨੇ ਜਾ ਕੇ ਦਖਲ ਵਾਸਤੇ ਅਰਜ਼ੀ ਦੇ ਦਿੱਤੀ। ਬਾਕੀ ਕਿਸਾਨਾਂ ਨੇ ਆਖਿਆ ਅਸੀਂ ਇਹਦੇ ਨਾਲ ਸਹਿਮਤ ਨਹੀਂ, ਅਸੀਂ ਅਦਾਲਤਾਂ ਦਾ ਦਖਲ ਨਹੀਂ ਚਾਹੁੰਦੇ। ਕਾਨੂੰਨ ਪਾਰਲੀਮੈਂਟ ਨੇ ਬਣਾਏ ਆ, ਸਿਆਸੀ ਤੌਰ ਤੇ ਬਣਾਇਆ ਗਿਆ, ਕੇਂਦਰ ਸਰਕਾਰ ਸਿੱਧੀ ਗੱਲ ਕਰੇ, ਮਸਲਾ ਨਜਿੱਠੇ। ਪਰ ਕੇਂਦਰ ਸਰਕਾਰ ਵੱਲੋਂ ਤੇ ਇੱਕ ਕਿਸਾਨ ਸੰਸਥਾ ਵੱਲੋਂ ਉੱਥੇ ਚਿੱਠੀ ਚਲੀ ਜਾਣ ਕਰਕੇ ਆਮੋ ਸਾਹਮਣੇ ਬਹਿਸ ਤੋਂ ਬਾਅਦ ਸੁਪਰੀਮ ਕੋਰਟ ਨੇ 4 ਜਣਿਆਂ ਦੀ ਕਮੇਟੀ ਬਣਾਤੀ ਜੀ। ਉਹਨਾਂ 4 ਦੇ ਵਿੱਚ ਸਾਡੇ ਪੰਜਾਬ ਤੋਂ ਭੁਪਿੰਦਰ ਸਿੰਘ ਮਾਨ ਸਾਬਕਾ ਪਾਰਲੀਮੈਂਟ ਮੈਂਬਰ ਨੂੰ ਪਾ ਦਿੱਤਾ ਗਿਆ। ਜਦੋਂ ਇਸ ਕਮੇਟੀ ਦਾ ਐਲਾਨ ਸੁਪਰੀਮ ਕੋਰਟ ਦੇ ਵਿੱਚ ਕੀਤਾ ਗਿਆ, ਅੱਧੇ ਘੰਟੇ ਦੇ ਅੰਦਰ ਅੰਦਰ ਰੌਲਾ ਪੈ ਗਿਆ ਕਿ 4 ਬੰਦੇ ਸਰਕਾਰ ਦੇ ਨੇ ਜੀ। ਭੁਪਿੰਦਰ ਸਿੰਘ ਮਾਨ ਵੀ ਸਰਕਾਰ ਦੀਆਂ ਨੀਤੀਆਂ, ਉਹਦੇ ਕਦਮਾਂ ਦੀ ਹਮਾਇਤ ਕਰ ਚੁੱਕਾ। ਦੂਸਰੇ 3 ਜਣੇ, ਉਹਨਾਂ ਚੋਂ 2 ਜਣੇ ਤਾਂ ਸਰਕਾਰ ਦੇ ਕਾਨੂੰਨ ਬਣਾਉਣ ਦੇ ਕਿਸੇ ਨਾ ਕਿਸੇ ਢੰਗ ਨਾਲ ਹਮਾਇਤੀ ਰਹੇ ਨੇ, ਨਾਲ ਸਮਰਥਕ ਰਹੇ ਨੇ, ਸਾਥ ਦਿੰਦੇ ਰਹੇ ਨੇ। ਇੱਕ ਜਣਾ ਅਖਬਾਰਾਂ 'ਚ ਲਿਖ ਕੇ ਉਹਦੇ ਪੱਖ ਪਾਲਦਾ ਰਿਹਾ। ਬਿਲਕੁਲ। ਉਦੋਂ ਹੀ ਰੌਲਾ ਪੈ ਗਿਆ ਕਿ ਇਸ ਕਮੇਟੀ ਤੋਂ ਕੋਈ ਆਸ ਨਹੀਂ, ਇਹਦਾ ਬਾਈਕਾਟ ਕਰਨਾ ਚਾਹੀਦਾ। ਰੌਲਾ ਇੰਨਾ ਵਧਿਆ ਕਿ ਭੁਪਿੰਦਰ ਸਿੰਘ ਮਾਨ ਨੂੰ ਅਸਤੀਫਾ ਦੇਣਾ ਪਿਆ। ਉਹਨੇ ਸੁਪਰੀਮ ਕੋਰਟ ਨੇ ਕਹਿਤਾ ਜੀ ਤੁਹਾਡੀ ਮਿਹਰਬਾਨੀ, ਤੁਸੀਂ ਮੇਰੇ ਤੇ ਭਰੋਸਾ ਕੀਤਾ ਸੀ, ਪਰ ਮੈਂ ਇਸ ਕਮੇਟੀ 'ਚ ਨਹੀਂ ਆ ਸਕਦਾ, ਮੈਨੂੰ ਤੁਸੀਂ ਰਹਿਣ ਦਿਓ ਜੀ। ਬਾਕੀ 3 ਦੀ ਕਮੇਟੀ ਜਾਂਚ ਕਰਦੀ ਰਹੀ। ਉਹਨਾਂ ਨੂੰ ਕਿਸਾਨ ਤਾਂ ਮਿਲੇ ਨਹੀਂ, ਇਹਨਾਂ ਨੇ ਮਿਲਣ ਤੋਂ ਨਾ ਕਰ ਦਿੱਤੀ। ਉਹ ਕਿੱਥੇ ਗਏ ਕਿੱਥੇ ਨਹੀਂ। ਜਿਹੜੇ ਪਹਿਲਾਂ ਹੀ ਅਖਬਾਰਾਂ 'ਚ ਲਿਖ ਕੇ ਤੇ ਸਰਕਾਰ ਦੇ ਕਾਨੂੰਨਾਂ ਦਾ ਪੱਖ ਪੂਰ ਚੁੱਕੇ ਆ, ਉਹਨਾਂ ਤੋਂ ਆਸ ਕੀ ਰੱਖੀ ਜਾ ਸਕਦੀ ਹੈ। ਉਹਨਾਂ ਨੇ ਜਿਹੜੀ ਰਿਪੋਰਟ ਦੇਣੀ ਆ ਦੇ ਦਿੱਤੀ। ਅਜੇ ਪਤਾ ਨਹੀਂ ਰਿਪੋਰਟ ਵਿੱਚ ਕੀ ਆ, ਸੀਲਬੰਦ ਲਿਫਾਫਾ ਹੈ, ਪਰ ਜਾਪਦਾ ਹੈ ਕਿ ਜੋ ਇਹਨਾਂ ਦੀ ਨੀਤ ਹੈ ਤੇ ਜੋ ਇਹਨਾਂ ਦੀ ਨੀਤੀ ਹੈ ਉਹਦੇ ਮੁਤਾਬਕ ਨੀਤੀ ਆਯੋਗ ਜਿਹੜਾ ਸਰਕਾਰ ਦਾ, ਉਹ ਜੋ ਉਹਨਾਂ ਨੇ ਦੱਸਿਆ ਹੋਊਗਾ, ਇਹਨਾਂ ਨੇ ਬਣਾ ਕੇ ਪੇਸ਼ ਕਰਤਾ ਹੋਊਗਾ। ਬਹੁਤਾ ਪ੍ਰਭਾਵ ਇਹੋ ਹੀ ਆ। ਜਦ ਤੱਕ ਰਿਪੋਰਟ ਖੁੱਲ੍ਹ ਨਹੀਂ ਜਾਂਦੀ, ਅਸੀਂ ਇਸ ਰਿਪੋਰਟ ਤੋਂ ਕੋਈ ਆਸ ਨਹੀਂ ਕਰ ਸਕਦੇ ਕਿ ਕਿਸਾਨਾਂ ਦਾ ਪੱਖ ਵੀ ਕਿਸੇ ਤਰੀਕੇ ਉੱਤੇ ਪੇਸ਼ ਕੀਤਾ ਗਿਆ ਹੋਵੇਗਾ। ਕਿਸਾਨ ਇਹਦੇ ਉੱਤੇ ਇਸ ਭਰਮ ਵਿੱਚ ਬਿਲਕੁਲ ਨਹੀਂ ਪੈਣਾ ਚਾਹੁੰਦੇ। ਉਹ ਕਹਿੰਦੇ ਜੋ ਫੈਸਲਾ ਹੋਵੇਗਾ ਸਰਕਾਰ ਕਰੇਗੀ ਤੇ ਅਸੀਂ ਕਰਾਵਾਂਗੇ। ਇਹਨਾਂ ਕਮੇਟੀਆਂ ਦਾ ਤੇ ਨਾਲ ਦੀ ਨਾਲ ਕਚਹਿਰੀਆਂ ਦਾ ਇਹਦੇ ਵਿੱਚ ਕੋਈ ਵਾਸਤਾ ਉਹ ਨਹੀਂ ਚਾਹੁੰਦੇ। ਜੇ ਅਦਾਲਤ ਕੋਈ ਫੈਸਲਾ ਕਰ ਵੀ ਦੇਵੇ ਤੇ ਉਹ ਕਹਿ ਚੁੱਕੇ ਆ ਕਿ ਅਸੀਂ ਅਦਾਲਤ ਵਾਲੇ ਫੈਸਲੇ ਤੇ ਨਹੀਂ ਖਲੋਣਾ। ਸਾਡਾ ਸੰਘਰਸ਼ ਲੋਕਤੰਤਰੀ ਢੰਗ ਨਾਲ ਚੁਣੀ ਹੋਈ ਸਰਕਾਰ ਦੇ ਖਿਲਾਫ ਲੋਕਤੰਤਰੀ ਸੰਘਰਸ਼ ਆ। ਜੋ ਹੋਵੇਗਾ ਲੋਕਤੰਤਰੀ ਤਰੀਕੇ ਨਾਲ ਹੋਵੇਗਾ, ਫੈਸਲੇ ਅਦਾਲਤਾਂ ਵਿੱਚ ਨਹੀਂ ਜਾਣੇ ਚਾਹੀਦੇ। ਪੰਨੂ ਸਾਹਿਬ, ਇੱਕ ਗੱਲ ਹੋਰ ਹੈ ਕਿ ਪਤਾ ਤਾਂ ਇਹ ਵੀ ਲੱਗਾ 23 ਮੀਟਿੰਗਾਂ ਹੋਈਆਂ। ਹੁਣ ਦੂਸਰੇ ਪਾਸੇ ਜੇਕਰ ਦੇਖਿਆ ਜਾਵੇ, ਮੀਟਿੰਗਾਂ ਹੋਈਆਂ ਫਿਰ ਕਿਹਨਾਂ ਨਾਲ, ਕਿਉਂਕਿ ਗੱਲ ਹੀ ਨਹੀਂ ਬਾਹਰ ਨਿਕਲੀ। ਅੰਦਰ ਖਾਤੇ ਮੀਟਿੰਗਾਂ ਕਰੀ ਗਏ ਜਾਂ ਕੁਝ ਲੱਗਦਾ ਨਿਕਲ ਸਕਦਾ? ਉਹਨਾਂ ਨੇ ਮੀਟਿੰਗਾਂ ਆਪਣੀ ਮਰਜ਼ੀ ਦੇ ਬੰਦਿਆਂ ਨਾਲ ਕੀਤੀਆਂ ਹੋਣਗੀਆਂ। ਜਦੋਂ ਦਿੱਲੀ ਤੇ ਬਾਰਡਰਾਂ ਤੇ ਲੱਖਾਂ ਕਿਸਾਨ ਬੈਠੇ ਸਨ ਜੀ, ਉਦੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਤੇ ਮੰਤਰੀਆਂ ਨੇ ਕੋਸ਼ਿਸ਼ ਕਰਕੇ ਰਾਤੋਂ ਰਾਤ ਕੁਝ ਜਥੇਬੰਦੀਆਂ ਖੜੀਆਂ ਕੀਤੀਆਂ, ਰਜਿਸਟਰ ਕੀਤੀਆਂ। ਉਹਨਾਂ ਨੂੰ ਲਿਆ ਕੇ ਦਿੱਲੀ 'ਚ ਬਿਠਾ ਕੇ ਖੇਤੀ ਮੰਤਰੀ ਨਾਲ ਆਖਿਆ ਜੀ ਕਿਸਾਨਾਂ ਦੇ ਅਸਲੀ ਲੀਡਰ ਉਹ ਆ ਤੇ ਜਿਹੜੇ ਉਹ ਬਾਹਰ ਬੈਠੇ ਨੇ ਬਾਰਡਰਾਂ ਤੇ ਉਹ ਤਾਂ ਐਵੇਂ ਹੀ ਆ। ਉੱਦਾਂ ਦੇ ਜਿਹੜੇ ਹੈਗੇ ਨੇ ਜਾਲੀ ਕਿਸਾਨ ਆਗੂ, ਉਹਨਾਂ ਨਾਲ ਬੈਠ ਕੇ ਮੀਟਿੰਗਾਂ ਕਰਨੀਆਂ ਹੋਣਗੀਆਂ। ਉਹ ਜਿਹੜੇ ਇਦਾਂ ਦੇ ਨੇ, ਇੱਕ ਬੰਦਾ ਇੱਕ ਹਿੰਦੂ ਸੰਸਥਾ ਹਰਿਆਣੇ 'ਚੋਂ ਚਲਾਉਂਦਾ, ਹੁਣ ਤੱਕ ਉਹ ਹਿੰਦੂਤਵ ਦਾ ਪ੍ਰਚਾਰ ਕਰਦਾ ਸੀ, ਰਾਤੋਂ ਰਾਤ ਕਿਸਾਨ ਆਗੂ ਬਣ ਗਿਆ। ਉਹਦੇ ਦਰਵਾਜ਼ੇ ਤੇ ਕਿਸਾਨ ਆਗੂ ਦਾ ਪੱਟਾ ਲੱਗ ਗਿਆ, ਉਹ ਵੀ ਉਹਨਾਂ 'ਚ ਸ਼ਾਮਲ ਸੀ। ਉਹਨਾਂ ਨੂੰ ਲਿਆ ਕੇ ਭਾਜਪਾ ਨੇ ਉਹਨਾਂ ਦੀਆਂ ਮੀਟਿੰਗਾਂ ਕਰਵਾਤੀਆਂ ਹੋਣਗੀਆਂ। ਉਹਦਾ ਕਿਸਾਨਾਂ ਨਾਲ ਕੀ ਵਾਸਤਾ?
ਇਸ ਕਰਕੇ ਉਹਦੇ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ। ਤੁਹਾਨੂੰ ਸਰ ਪਤਾ ਇਹ ਵੀ ਲੱਗਾ ਕਿ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਇੱਕ ਚਿੱਠੀ ਲਿਖੀ ਹੈ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਫਸਲਾਂ ਦੇ ਮੁੱਲ ਨੂੰ ਲੈ ਕੇ। ਇਹ ਕਾਫੀ ਚਰਚਾ ਵਿੱਚ ਹੈ। ਇਹਦੇ ਨਾਲ ਕੋਈ ਵਿਵਾਦ ਵੀ ਖੜਾ ਹੋ ਸਕਦਾ ਹੈ? ਨਵਜੀਤ ਜੀ, ਤੁਹਾਨੂੰ ਚੇਤਾ ਹੋਵੇਗਾ ਕਿ ਮੁੱਢਲੇ ਦਿਨ ਤੋਂ ਲੈ ਕੇ ਅਖੀਰਲੀ ਮੀਟਿੰਗ ਤੱਕ ਜਿਹੜੇ 3 ਮੰਤਰੀ ਕਿਸਾਨਾਂ ਦੇ ਨਾਲ ਬੈਠਦੇ ਰਹੇ, ਜੀ ਉਹਨਾਂ 'ਚ ਇੱਕ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਸੀ, ਦੂਸਰਾ ਇਹੋ ਕੇਂਦਰੀ ਵਪਾਰ ਮੰਤਰੀ ਤੇ ਰੇਲ ਮੰਤਰੀ ਪਿਊਸ਼ ਗੋਇਲ ਸੀ, ਤੇ ਤੀਸਰਾ ਇਹਨਾਂ ਦੇ ਨਾਲ ਜ਼ਿਲ੍ਹੇ ਤੋਂ ਚੁਣਿਆ ਹੋਇਆ ਪਾਰਲੀਮੈਂਟ ਮੈਂਬਰ ਤੇ ਰਾਜ ਮੰਤਰੀ ਸੋਮ ਪ੍ਰਕਾਸ਼ ਜੀ ਸੋਮ ਪ੍ਰਕਾਸ਼ ਸਾਊ ਆਦਮੀ ਹੈ, ਉਹਨੂੰ ਤੇ ਪਾਸੇ ਰਹਿਣ ਦਿਓ। ਬਿਆਨ ਵੀ ਉੱਪਰਲਾ ਘੱਟ ਹੀ ਦਖਲ ਤੇ 2 ਕੈਬਨਿਟ ਮੰਤਰੀਆਂ ਦਾ ਸੀ। ਜੀ ਉਹਨਾਂ ਵਿੱਚੋਂ ਵੀ ਤੋਮਰ ਘੱਟ ਬੋਲਦਾ ਸੀ ਤੇ ਜਿਹੜਾ ਪਿਊਸ਼ ਗੋਇਲ ਆ ਇਹ ਵੱਧ ਬੋਲਦਾ ਸੀ। ਬਿਲਕੁਲ ਇੱਕ ਦੋ ਵਾਰ ਤਾਂ ਇਸ ਤਰ੍ਹਾਂ ਹੋਇਆ ਕਿ ਬਹੁਤਾ ਪੁੱਠਾ ਬੋਲਿਆ ਤੇ ਕਿਸਾਨ ਆਗੂ ਵੀ ਅੱਗੋਂ ਪੈ ਗਏ ਤੇ ਉਹਨੇ ਆਖਿਆ ਗੱਲ ਇਹਦੇ ਨਾਲ ਥੋੜਾ ਹੀ ਕਰਨਾ ਹੈ, ਅਸੀਂ ਖੇਤੀ ਮੰਤਰੀ ਨੇ ਸੱਦਿਆ, ਉਹਨਾਂ ਗੱਲ ਕਰਨਾ ਹੈ। ਫਿਰ ਉਹਨੂੰ ਚੁੱਪ ਕਰਾ ਦਿੱਤਾ ਗਿਆ। ਉਹਨਾਂ ਦਾ ਇਤਰਾਜ਼ ਵੀ ਇਹ ਸੀ ਕਿ ਖੇਤੀ ਦਾ ਵਿਸ਼ਾ ਸੂਬਾ ਸਰਕਾਰਾਂ ਦਾ ਵਿਸ਼ਾ ਹੈ, ਖੇਤੀ ਮੰਤਰੀ ਦਾ ਵਿਸ਼ਾ ਹੈ। ਇਹ ਵਿਚਾਲੇ ਠੀਕ ਹੈ, ਰੇਲਵੇ ਦੀ ਢੋਆ ਢੁਆਈ ਰੁਕੀ, ਉਹਦੇ ਬਾਰੇ ਗੱਲ ਕਰਨੀ ਕਰ ਲਏ, ਦਖਲ ਕਿਉਂ ਦਿੰਦਾ? ਪਰ ਦਖਲ ਸਾਰਾ ਹੀ ਉਹਦੇ ਰਾਹੀਂ ਕੇਂਦਰ ਸਰਕਾਰ ਦਿੰਦੀ ਪਈ ਆ। ਨਰਿੰਦਰ ਮੋਦੀ ਨੂੰ ਨਰਿੰਦਰ ਤੋਮਰ ਤੇ ਉਹਨਾਂ ਭਰੋਸਾ ਨਹੀਂ ਜਿੰਨਾ ਪਿਊਸ਼ ਗੋਇਲ ਤੇ ਆ। ਜਿੰਨੀਆਂ ਚਾਲਾਂ ਚੱਲੀਆਂ ਜਾ ਰਹੀਆਂ ਉਹਦੇ ਰਾਹੀਂ ਚੱਲਦੇ ਨੇ। ਇਹੋ ਹੀ ਆ ਕਿ ਉਹਨਾਂ ਨੇ ਖੇਤੀ ਕਾਨੂੰਨਾਂ ਨੂੰ ਵੀ ਕਹਿਤਾ ਜੀ ਇਹ ਖੇਤੀ ਕਾਨੂੰਨ ਥੋੜੇ ਆ, ਇਹ ਤਾਂ ਵਪਾਰ ਦਾ ਮਾਮਲਾ, ਟ੍ਰੇਡ ਦਾ, ਤੇ ਇਸ ਕਰਕੇ ਅਸੀਂ ਪਿਊਸ਼ ਗੋਇਲ ਨੂੰ ਵਿੱਚ ਬਿਠਾਉਨੇ। ਹੁਣ ਉਹਨੇ ਇੱਕ ਚਿੱਠੀ ਲਿਖਤੀ। ਇਹ ਵੀ ਜਿੱਦਾਂ ਮੈਂ ਅੱਗੇ ਆਖਿਆ ਕਿ ਚਿੱਠੀਆਂ ਪਹਿਲਾਂ ਹੁੰਦੀਆਂ 2 4 10 ਦਿਨ ਬਾਅਦ ਗੱਲ ਬਾਹਰ ਨਿਕਲਦੀ ਹੈ। ਅੱਜ 31 ਤਰੀਕ ਨੂੰ ਗੱਲ ਬਾਹਰ ਨਿਕਲੀ ਹੈ। ਪਤਾ ਲੱਗਾ ਕਿ ਚਿੱਠੀ ਉਹਨੇ 27 ਤਰੀਕ ਨੂੰ ਲਿਖੀ ਹੈ, 27 ਮਾਰਚ ਨੂੰ। ਉਹਦੇ ਵਿੱਚ ਪੰਜਾਬ ਸਰਕਾਰ ਨੂੰ ਲਿਖਿਆ ਕਿ ਭਾਰਤ ਸਰਕਾਰ ਚਾਹੁੰਦੀ ਹੈ ਕਿ ਕਿਸਾਨਾਂ ਦੀ ਫਸਲ ਦਾ ਭਾਅ, ਕਣਕ ਦਾ ਵੀ, ਜਿਹੜੀ ਘੱਟੋ ਘੱਟ ਖਰੀਦ ਕੀਮਤ MSP ਉਹਨਾਂ ਦੇ ਖਾਤੇ 'ਚ ਸਿੱਧਾ ਜਾਵੇ ਤੇ ਆੜਤੀਏ ਵਿੱਚ ਨਾ ਹੋਣ। ਜੀ ਇਹ ਵੀ ਲਿਖਿਆ ਕਿ ਮਾਰਚ ਦੇ ਪਹਿਲੇ ਹਫ਼ਤੇ 3 ਜਾਂ 4 ਤਰੀਕ ਨੂੰ ਲਿਖਿਆ ਕਿ ਅਸੀਂ ਇੱਕ ਚਿੱਠੀ ਭੇਜੀ ਸੀ, ਬਾਕੀ ਸੂਬਿਆਂ ਨੇ ਇੱਥੇ ਅਮਲ ਸ਼ੁਰੂ ਕਰ ਦਿੱਤਾ ਤੇ ਤੁਸੀਂ ਪੰਜਾਬ ਵਾਲਿਆਂ ਨੇ ਅਜੇ ਤੱਕ ਕੀਤਾ ਨਹੀਂ। ਤੇ 1 ਤਰੀਕ ਤੋਂ, ਅਪ੍ਰੈਲ ਤੋਂ 1 ਤੋਂ ਕਿਸਾਨਾਂ ਦਾ ਕਣਕ ਦਾ ਸੀਜ਼ਨ ਸ਼ੁਰੂ ਹੋ ਰਿਹਾ ਤੇ ਉਦੋਂ ਭਾਰਤ ਸਰਕਾਰ ਚਾਹੁੰਦੀ ਹੈ ਕਿ ਇਹ ਲਾਗੂ ਕੀਤਾ ਜਾਵੇ ਤੇ ਤੁਸੀਂ ਕਰ ਨਹੀਂ ਰਹੇ। ਜੀ ਇਹਦੇ ਜਵਾਬ 'ਚ ਭਾਰਤ ਦੇ ਜਿਹੜਾ ਸੰਬੰਧਿਤ ਮੰਤਰੀ ਹੈ ਭਾਰਤ ਭੂਸ਼ਣ ਆਸ਼ੂ, ਜਿਹਦੇ ਕੋਲੇ ਮਹਿਕਮਾ, ਉਹਨੇ ਦੱਸਿਆ, ਕਹਿੰਦਾ ਜੀ ਮੈਂ ਇਹਦੇ ਬਾਰੇ ਕੇਂਦਰ ਸਰਕਾਰ ਨੂੰ ਦੱਸ ਚੁੱਕਾ ਕਿ ਪੰਜਾਬ ਸਰਕਾਰ ਦੀ ਨੀਤੀ ਹੈ ਕਿ ਇਸ ਵੇਲੇ ਦੇ ਹਾਲਾਤ ਦੇ ਮੁਤਾਬਕ APMC ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ, ਖੇਤੀ ਫਸਲਾਂ ਬਾਰੇ ਜਿਹੜਾ ਮੰਡੀ ਕਮੇਟੀ ਦਾ ਕਾਨੂੰਨ ਹੈ, ਉਸ ਮਾਰਕੀਟ ਐਕਟ ਜਿਹੜਾ ਵਾ ਉਹਦੇ ਮੁਤਾਬਕ ਅਸੀਂ ਉਹ ਚੱਲਦਾ ਰੱਖਣਾ ਚਾਹੁੰਦੇ ਹਾਂ ਸਿਸਟਮ। ਤੁਹਾਡੇ ਵਾਲਾ ਸਿਸਟਮ ਅਜੇ ਲਾਗੂ ਉੱਥੇ ਨਹੀਂ ਕੀਤਾ ਜਾ ਸਕਦਾ। ਉਹ ਕਹਿੰਦਾ ਮੈਂ 20 ਵਾਰ ਈਮੇਲ ਕੀਤੀ ਹੈ ਕੇਂਦਰ ਦੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਤੇ ਇਹਨੂੰ ਪਿਊਸ਼ ਗੋਇਲ ਨੂੰ, ਤੇ ਕੋਈ ਜਵਾਬ ਨਹੀਂ ਦਿੱਤਾ ਗਿਆ। ਕਹਿੰਦਾ ਮੈਂ ਉਹਨਾਂ ਤੋਂ ਮੁੜ ਕੇ ਟਾਈਮ ਮੰਗਿਆ ਕਿ ਮੈਨੂੰ ਤੁਸੀਂ ਦਿੱਲੀ ਆਉਣ ਦੀ ਆਗਿਆ ਦਿਓ, ਦੱਸੋ ਕਦੋਂ ਮੈਂ ਆਵਾਂ, ਤੁਹਾਨੂੰ ਆ ਕੇ ਮਿਲਾਂ, ਪਰ ਮੈਨੂੰ ਟਾਈਮ ਨਹੀਂ ਦੋਵਾਂ ਮੰਤਰੀਆਂ ਨੇ ਦਿੱਤਾ। ਉਹ ਕਹਿੰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਟਾਈਮ ਮੰਗਿਆ ਕਿ ਤੁਸੀਂ ਦੱਸੋ ਜੀ ਮੈਂ ਆ ਕੇ ਇਸ ਮਸਲੇ ਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਤੇ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦਾ ਮੈਂ ਕਿਸਾਨਾਂ ਤੋਂ ਇੱਕ ਟੈਲੀਫੋਨ ਕਾਲ ਦੀ ਦੂਰੀ ਤੇ ਬੈਠਾ, ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਟਾਈਮ ਨਹੀਂ ਦੇ ਰਿਹਾ। ਇਹਦਾ ਮਤਲਬ ਸਾਫ਼ ਹੈ ਕਿ ਕਿਸਾਨਾਂ ਦਾ ਗੁੱਸਾ ਹੁਣ ਆੜਤੀਆਂ ਤੇ ਵੀ ਕੱਢਿਆ ਜਾ ਰਿਹਾ। ਆੜਤੀਆਂ ਤੇ ਕਿਸਾਨਾਂ ਦੋਵਾਂ ਨੂੰ ਰੱਜ ਕੇ ਰੋਲਣ ਵਾਸਤੇ ਕੇਂਦਰ ਸਰਕਾਰ ਨੇ ਨੀਤੀ ਬਣਾ ਲਈ ਹੈ ਕਿ ਕਿਸਾਨਾਂ ਨੂੰ ਆਖਣਾ ਕਿ ਘੱਟੋ ਘੱਟ ਖਰੀਦ ਕੀਮਤ ਦੇ ਪੈਸੇ ਤੁਹਾਡੇ ਖਾਤੇ 'ਚ ਜਾਣਗੇ, ਉਹਨਾਂ ਨੂੰ ਖੁਸ਼ ਕਰਕੇ ਮੁੜ ਕੇ ਆਖਣਾ ਖਾਤੇ 'ਚ ਤਾਂ ਜਾਣਗੇ ਪਹਿਲਾਂ ਤੁਸੀਂ ਆਪਣੀ ਜ਼ਮੀਨ ਦੀ ਮਾਲਕੀ ਦੀਆਂ ਜਮ੍ਹਾਂਬੰਦੀ ਦੀਆਂ ਨਕਲਾਂ ਦਿਓ। ਜੇ ਨਕਲਾਂ ਨਹੀਂ ਦਿੰਦੇ, ਜਿਨ੍ਹਾਂ ਦੇ ਮਾਲਕ NRI ਨੇ, ਵਿਦੇਸ਼ ਵਿੱਚ ਬੈਠੇ ਨੇ, ਜਿਨ੍ਹਾਂ ਦੀ ਜ਼ਮੀਨ ਅਜੇ ਬਾਪੂ ਦੇ ਨਾਂ ਤੇ ਕੋਈ ਅਕਾਊਂਟ ਹੀ ਨਹੀਂ, ਜਿਨ੍ਹਾਂ ਦੀ ਜ਼ਮੀਨ ਦਾਦੇ ਦੇ ਨਾਂ ਤੇ ਆ, ਉਹ ਇਸ ਵੇਲੇ ਖੜੇ ਪੈਰ ਫਰਦਾ ਨਹੀਂ ਲਿਆ ਸਕਦੇ ਤੇ ਨਾ ਰਾਤੋਂ ਰਾਤ ਲਿਆ ਕੇ ਤੇ ਸਾਰਾ ਕੁਝ ਦੇ ਸਕਦੇ ਆ, ਨਾ ਵੈਬਸਾਈਟਾਂ ਤੇ ਲੋਡ ਕਰ ਸਕਦੇ ਆ। ਜੇ ਇਸ ਵੇਲੇ ਤੱਕ ਅਪਲੋਡ ਨਾ ਕਰਨ ਤੇ ਉਹਨਾਂ ਨੂੰ ਮਿਲਣਾ ਕੱਖ ਨਹੀਂ। ਰੋਲਣਾ ਕਿਸਾਨਾਂ ਨੂੰ ਵੀ ਆ, ਰੋਲਣਾ ਆੜਤੀਆਂ ਨੂੰ ਵੀ ਆ। ਆੜਤੀਆਂ ਨੂੰ ਸਜ਼ਾ ਇਸ ਗੱਲ ਦੀ ਦੇਣੀ ਹੈ ਕਿ ਕਿਸਾਨਾਂ ਦੇ ਸੰਘਰਸ਼ ਵਿੱਚ ਸਾਥ ਕਿਉਂ ਦਿੱਤਾ। ਅਸੀਂ 1960-62 ਤੋਂ ਸੁਣਦੇ ਆਏ ਹਾਂ ਕਿ ਆੜਤੀਆਂ ਨੂੰ ਭਾਰਤੀ ਜਨਤਾ ਪਾਰਟੀ ਜਦੋਂ ਅਜੇ ਰੂਪ ਜਨਸੰਘ ਹੁੰਦਾ ਸੀ, ਉਦੋਂ ਤੋਂ ਇਹ ਪਾਰਟੀ ਆਪਣਾ ਪੱਕਾ ਵੋਟ ਬੈਂਕ ਗਿਣਦੀ ਸੀ ਤੇ ਅੱਜ ਇਹ ਨੀਤੀ ਧਾਰ ਲਈ ਆ ਕਿ ਉਹਨਾਂ ਨੂੰ ਵੀ ਰੋਲ ਕੇ ਰੱਖ ਦਿਓ। ਇਸ ਕਰਕੇ ਮੈਂ ਸਮਝਦਾ ਜਿਹੜਾ ਕੇਂਦਰੀ ਮੰਤਰੀ ਪਿਊਸ਼ ਗੋਇਲ ਆ, ਉਹਦੀ ਚਿੱਠੀ ਬਹੁਤ ਖਤਰਨਾਕ ਢੰਗ ਨਾਲ ਲਿਖੀ ਗਈ ਆ। ਪੰਜਾਬ ਦੇ ਲੋਕਾਂ ਦੇ ਖਿਲਾਫ ਆ, ਖਪਤਕਾਰਾਂ ਦੇ ਖਿਲਾਫ ਆ, ਕਿਸਾਨਾਂ ਦੇ ਖਿਲਾਫ ਆ, ਸਭ ਤੋਂ ਵੱਧ ਆੜਤੀਆਂ ਦੇ ਖਿਲਾਫ ਆ, ਜਿਨ੍ਹਾਂ ਨੂੰ ਬਿਲਕੁਲ ਪਾਸੇ ਕੱਢ ਦਿੱਤਾ ਜਾਣਾ। ਤੇ ਜੇ ਐਸੇ ਤਰ੍ਹਾਂ ਇੱਕ ਸੀਜ਼ਨ ਲੰਘ ਗਿਆ, ਦੂਜਾ ਲੰਘ ਗਿਆ ਤੇ ਤੀਜੇ ਸੀਜ਼ਨ 'ਚ ਉਹਨਾਂ ਦੀਆਂ ਆੜਤਾਂ 'ਚ ਉੱਲੂ ਬੋਲਣਗੇ, ਉਹ ਤਾਲੇ ਮਾਰ ਕੇ ਘਰੇ ਬੈਠ ਜਾਣਗੇ, ਕੰਮ ਹੀ ਕੋਈ ਨਹੀਂ, ਮੁੜ ਕੇ ਕੋਈ ਫੁੱਲ ਝੜੀਆਂ
ਦੀ ਰੇਹੜੀ ਲਾਵੇਗਾ ਤੇ ਕੋਈ ਉੱਥੇ ਜਾ ਕੇ ਪਤਾਸਿਆਂ ਤੇ ਮਖਾਣਿਆਂ ਦੀ ਰੇਹੜੀ ਲਾਵੇਗਾ। ਇਹ ਉਹਨਾਂ ਨੂੰ ਵੀ ਰੋਲਣ ਵਾਲੇ ਪਾਸੇ ਨੂੰ ਤੁਰ ਪਈ ਹੈ। ਕੇਂਦਰ ਸਰਕਾਰ ਬਹੁਤ ਗਲਤ ਕਦਮ ਚੁੱਕ ਰਹੀ ਹੈ। ਬਿਲਕੁਲ। ਪੰਨ ਸਾਹਿਬ, ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋ ਗਿਆ। ਪਹਿਲਾਂ ਤਾਂ ਮੰਨਿਆ ਜਾ ਰਿਹਾ ਹੈ ਕਿ ਮੁਕਾਬਲਾ 2-3 ਬੰਦਿਆਂ ਦੇ ਵਿਚਕਾਰ ਆ, ਪਰ ਹੁਣ ਹੋਰ ਵੀ ਕਈ ਨਾਮ ਸਾਹਮਣੇ ਆ ਰਹੇ ਆ। ਸ਼੍ਰੋਮਣੀ ਅਕਾਲੀ ਦਲ ਦੀ ਵੀ ਚਰਚਾ ਹੋ ਰਹੀ ਹੈ ਕਿ ਇਸ ਵਾਰ ਚੋਣਾਂ ਨਹੀਂ ਲੜੇਗਾ। ਇਹ ਕਿਵੇਂ ਦੇਖਦੇ ਹੋ ਇਸ ਸਭ ਨੂੰ? ਸ਼੍ਰੋਮਣੀ ਅਕਾਲੀ ਦਲ ਤੇ ਇਸ ਵੇਲੇ ਕਿੰਨੇ ਸਾਰੇ ਨੇ ਦਲਾਂ ਦੀ ਦਲਦਲ ਦੇ ਵਿੱਚੋਂ ਮੁੱਖ ਤੌਰ ਦੇ ਉੱਤੇ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਆਖਿਆ ਜਾਂਦਾ ਉਹ ਬਾਦਲ ਅਕਾਲੀ ਦਲ ਦਾ ਪਰ ਆਖਿਆ ਜਾਂਦਾ। ਜੀ। ਹੁਣ ਇਸ ਵੇਲੇ ਇਹਦਾ ਦਾ ਵਕਾਰ ਜਿਹੜਾ ਦਾ ਤੇ ਲੱਗਾ ਦਿੱਲੀ 'ਚ। ਦਿੱਲੀ ਦੀਆਂ ਗੁਰਦੁਆਰਾ ਚੋਣਾਂ 'ਚ ਦਿੱਲੀ ਦੇ ਗੁਰਦੁਆਰਾ ਚੋਣ ਕਮਿਸ਼ਨ ਨੇ ਕਹਿਤਾ ਕਿ ਪਾਰਟੀ ਉੱਥੇ ਚੋਣਾਂ ਨਹੀਂ ਲੜ ਸਕਦੀ ਕਿਉਂਕਿ ਇਸ ਪਾਰਟੀ ਤੇ ਠੱਪਾ ਲੱਗਾ ਕਿ ਰਾਜਨੀਤਿਕ ਚੋਣਾਂ ਲੜਦੀ ਹੈ। ਇਹ ਗਿਆ ਸੀ ਕੋਰਟ ਵਿੱਚ। ਮੇਰੀ ਜਾਣਕਾਰੀ ਇਹ ਕਹਿੰਦੀ ਹੈ ਕਿ ਕੋਰਟ ਨੇ ਲਿਖਿਆ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਨਹੀਂ, ਧਾਰਮਿਕ ਪਾਰਟੀਆਂ ਦੇ ਮਾਮਲੇ ਜੋ ਗੁਰਦੁਆਰਾ ਕਮਿਸ਼ਨ ਦਾ ਜੋ ਗੁਰਦੁਆਰਾ ਐਕਟ ਕਹਿੰਦਾ ਉਹਦੇ ਮੁਤਾਬਕ ਉਹ ਚੋਣ ਲੜਨ। ਹੁਣ ਇਹ ਇੱਕ ਮਾਮਲਾ ਬਹੁਤ ਪੁਰਾਣਾ, ਹੁਸ਼ਿਆਰਪੁਰ ਦੇ ਬਹੁਤ ਸਮਾਜਵਾਦੀ ਲੀਡਰ ਬਾਅਦ ਜਨਤਾ ਪਾਰਟੀ ਚ ਰਿਹਾ ਬਲਵੰਤ ਸਿੰਘ ਖੇੜਾ ਜੀ, ਉਹਨੇ ਇਹ ਕੇਸ ਕੀਤਾ ਸੀ ਕਿ ਜਦੋਂ ਚੋਣ ਕਮਿਸ਼ਨ ਨੇ ਇੱਕ ਵਾਰੀ ਫੈਸਲਾ ਕਰ ਦਿੱਤਾ ਕਿ ਪਾਰਲੀਮੈਂਟ ਤੇ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਪਾਰਟੀਆਂ ਲੜ ਸਕਦੀਆਂ ਉਹ ਫਿਰਕੂ ਨਹੀਂ ਹੋਣੀਆਂ ਚਾਹੀਦੀਆਂ, ਇੱਕ ਧਰਮ ਦੇ ਆਧਾਰ ਤੇ ਨਹੀਂ ਹੋਣੀਆਂ ਚਾਹੀਦੀਆਂ। ਗੁਰਦੁਆਰਾ ਕਮੇਟੀ ਬਾਰੇ ਕਾਨੂੰਨ ਇਹ ਕਹਿੰਦਾ ਕਿ ਉੱਥੇ ਉਹ ਪਾਰਟੀਆਂ ਚੋਣ ਲੜ ਸਕਦੀਆਂ ਜਿਹੜੀਆਂ ਸਿਰਫ ਧਾਰਮਿਕ ਹੋਣ, ਰਾਜਸੀ ਚੋਣਾਂ ਨਾ ਲੜਨ। ਬਾਦਲ ਅਕਾਲੀ ਦਲ ਇੱਕੋ ਦਲ ਇਹੋ ਜਿਹਾ ਜਿਨ੍ਹਾਂ ਨੇ ਦੋਵੇਂ ਪਾਸੇ ਉਹੋ ਹੀ ਪ੍ਰਧਾਨ, ਉਹੋ ਹੀ ਸੈਕਟਰੀ, ਉਹੋ ਹੀ ਸਾਰੇ ਅਹੁਦੇਦਾਰ, ਉਹੋ ਹੀ ਸੰਵਿਧਾਨ ਇੱਕ ਦੇ ਵਿੱਚ ਪਹਿਲੇ ਸਫ਼ੇ 'ਚ ਲਿਖ ਦਿੱਤਾ ਕਿ ਇਹ ਸਿਰਫ ਸਿਆਸੀ ਚੋਣਾਂ ਲੜਨ ਵਾਲੀ ਲੋਕਤੰਤਰੀ ਪਾਰਟੀ ਹੈ, ਪੰਜਾਬੀਆਂ ਦੀ ਪਾਰਟੀ ਹੈ, ਤੇ ਦੂਸਰੇ 'ਚ ਲਿਖਤਾ ਹੈ ਧਾਰਮਿਕ ਪਾਰਟੀ ਹੈ। ਜਿਸ ਤਰ੍ਹਾਂ ਉਹਨਾਂ ਨੇ ਕੀਤਾ ਸੀ ਉਹਨੂੰ ਨੇ ਚੈਲੰਜ ਕੀਤਾ ਕਿ ਇੱਕੋ ਪਾਰਟੀ ਦਾ ਇੱਕੋ ਪ੍ਰਧਾਨ, ਸਾਰੇ ਲੀਡਰ ਅਹੁਦੇਦਾਰ ਉਹ ਹੋਣ ਤੇ ਉਹਦੇ ਦੋ ਸੰਵਿਧਾਨ ਕਿੱਦਾਂ ਹੋ ਸਕਦੇ ਆ। ਦੋਵੇਂ ਥਾਈਂ ਐਫੀਡੇਵਿਟ ਦਿੱਤੇ ਸਨ। ਫਿਰ ਉਸ ਵਕਤ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਇਹ ਅਦਾਲਤ ਵਿੱਚ ਜਾ ਕੇ ਐਫੀਡੇਵਿਟ ਦੇ ਕੇ ਮੰਨਿਆ ਸੀ ਕਿ ਮੇਰੇ ਤੋਂ ਗਲਤੀ ਹੋਈ, ਮੈਂ ਦੋ ਅੱਡ ਐਫੀਡੇਵਿਟ ਦਿੱਤੇ ਆ। ਉਹ ਕੇਸ ਪਿਛਲੇ 13, 14, 15 ਸਾਲਾਂ ਤੋਂ ਚੱਲਦਾ ਆ ਰਿਹਾ, ਅਜੇ ਤੱਕ ਕਿਸੇ ਪਾਸੇ ਨਹੀਂ ਲੱਗਦਾ। ਅਕਾਲੀ ਦਲ ਦੀ ਸਟ੍ਰੈਟਜੀ ਇਹ ਹੈ ਕਿ ਜਦੋਂ ਉਹਦੇ ਉੱਤੇ ਬਿਆਨ ਹੋਣ ਲੱਗਦੇ ਆ ਇਹ ਆਪਣਾ ਜਨਰਲ ਸੈਕਟਰੀ ਬਦਲ ਦਿੰਦੇ। ਨਵਾਂ ਜਨਰਲ ਸੈਕਟਰੀ ਜਾ ਕੇ ਕਹਿੰਦਾ ਮੈਂ ਤਾਂ ਜੀ ਜਨਰਲ ਸੈਕਟਰੀ ਹੁਣ ਬਣਿਆ, ਮੈਨੂੰ ਕੇਸ ਸਾਰੇ ਦਾ ਪਤਾ ਨਹੀਂ, ਮੈਨੂੰ ਪੜ੍ਹਨ ਲਈ ਟਾਈਮ ਦਿੱਤਾ ਜਾਵੇ ਜੀ। ਇੱਕ ਸਾਲ ਉਹ ਲਗਾ ਲੈਂਦਾ ਤੇ ਅਗਲੇ ਸਾਲ ਫਿਰ ਨਵਾਂ ਜਨਰਲ ਸੈਕਟਰੀ ਬਣਾ ਕੇ ਭੇਜ ਦਿੰਦੇ ਜੀ ਮੈਂ ਤਾਂ ਨਵਾਂ ਬਣਿਆ, ਮੈਨੂੰ ਪਤਾ ਨਹੀਂ। ਉਹ ਮਾਮਲਾ ਇੱਥੇ ਪੰਜਾਬ ਵਿੱਚ ਤਾਂ ਹੁਣ ਤੱਕ ਚੱਲਦਾ ਰਿਹਾ, ਪਤਾ ਨਹੀਂ ਇਹ ਕਿਵੇਂ ਮੈਨੇਜ ਕਰ ਲੈਂਦੇ ਸੀ। ਦਿੱਲੀ ਦੇ ਵਿੱਚ ਇਸ ਵੇਲੇ ਪੁਆੜਾ ਪੈ ਗਿਆ ਕਿ ਇਹ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਨਹੀਂ ਲੜ ਸਕਣਗੇ। ਇਹ ਉਸ ਮੁੱਦੇ ਤੇ ਅਦਾਲਤ ਵੱਲ ਭੱਜੇ ਆ, ਪਤਾ ਨਹੀਂ ਅਦਾਲਤ ਇਹਨਾਂ ਨੂੰ ਸਟੇ ਦਿੰਦੀ ਕਿ ਨਹੀਂ ਦਿੰਦੀ। ਆਮ ਤੌਰ ਤੇ ਹੁੰਦਾ ਹੈ ਕਿ ਕੋਈ ਵੀ ਚੋਣ ਸ਼ੁਰੂ ਹੋ ਜਾਵੇ ਤੇ ਉਦੋਂ ਅਦਾਲਤਾਂ ਦਖਲ ਨਹੀਂ ਦਿੰਦੀਆਂ, ਪਰ ਇਸ ਮਾਮਲੇ 'ਚ ਅਦਾਲਤ ਦਖਲ ਦਿੰਦੀ ਕਿ ਨਹੀਂ ਦਿੰਦੀ ਮੈਨੂੰ ਅਜੇ ਪਤਾ ਨਹੀਂ। ਇੱਕ ਵਾਰੀ ਬਾਦਲ ਅਕਾਲੀ ਦਲ ਕਟਹਿਰੇ 'ਚ ਖੜੋ ਗਿਆ ਕਿ ਰਾਜਸੀ ਪਾਰਟੀ ਵੀ ਤੁਸੀਂ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜਿਹੜਾ ਅਕਾਲੀ ਦਲ ਬਾਦਲ ਦਾ ਵੀ ਲੀਡਰ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਦਿੱਲੀ ਵਿਧਾਨ ਸਭਾ ਦਾ ਮੈਂਬਰ ਵੀ ਰਹਿ ਚੁੱਕਾ ਹੈ। ਇਹ ਜਦੋਂ ਲਿਖਿਆ ਜਾਵੇ ਸਾਰਾ ਕੁਝ ਤੇ ਫਿਰ ਅਦਾਲਤ ਵਿੱਚ ਜਾ ਕੇ ਵੀ ਮੁਸ਼ਕਿਲ ਇਹਨਾਂ ਵਾਸਤੇ ਆ ਸਕਦੀ ਆ। ਆ ਚੋਣਾਂ ਜਿਹੜੀਆਂ 25 ਅਪ੍ਰੈਲ ਨੂੰ ਹੋਣੀਆਂ ਨੇ ਉਹਨਾਂ ਦੀਆਂ ਨਾਮੀਨੇਸ਼ਨਾਂ ਅੱਜ ਤੋਂ ਸ਼ੁਰੂ ਹੋ ਗਈਆਂ ਜੀ। 25 ਨੂੰ ਵੋਟਾਂ ਪੈ ਕੇ 28 ਨੂੰ ਨਤੀਜੇ ਆਉਣੇ। ਪਹਿਲੀ ਵਾਰ ਹੈ ਕਿ ਬਾਦਲ ਅਕਾਲੀ ਦਲ ਨੂੰ ਇਹੋ ਜਿਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਜੀ। ਬਿਲਕੁਲ। ਪਰ ਸਾਹਿਬ, ਪੰਜਾਬ ਵਿੱਚ ਜਿਸ ਤਰ੍ਹਾਂ ਬੀਜੇਪੀ ਦੇ ਹਾਲਾਤ ਹੋਏ ਨੇ ਉਹਨੂੰ ਦੇਖ ਕੇ ਕਈ ਨਵੇਂ ਹੁਕਮ ਜਾਰੀ ਕੀਤੇ ਜਾ ਰਹੇ ਨੇ। ਭਾਜਪਾ ਦੀ ਲੀਡਰਾਂ ਦੀ ਸੁਰੱਖਿਆ ਵੀ ਵਧਾਈ ਜਾ ਰਹੀ ਹੈ। ਵੈਸੇ ਇੱਕ ਗੱਲ ਹੋ ਰਹੀ ਸੀ, ਸੋਸ਼ਲ ਮੀਡੀਆ ਤੇ ਵੀ ਬਹੁਤ ਸਾਰੀਆਂ ਅਜਿਹੀਆਂ ਪੋਸਟਾਂ ਦੇਖੀਆਂ ਜਿਹਨੂੰ ਧਾਰਮਿਕ ਮੁੱਦਾ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਕੁਝ ਮੀਟਿੰਗਾਂ ਵਿੱਚ ਜੋ ਬੀਜੇਪੀ ਵੱਲੋਂ ਕੀਤੀਆਂ ਜਾ ਰਹੀਆਂ ਨੇ ਕੁਝ ਸਿੱਖ ਲੀਡਰਾਂ ਨੂੰ ਵੀ ਨਾਲ ਰੱਖਿਆ ਜਾ ਰਿਹਾ। ਇਹ ਕਿਵੇਂ ਦੇਖਦੇ ਹੋ ਇਸ ਸਾਰੇ ਹੁਣ ਜੋ ਕਹਾਣੀਆਂ ਅੱਗੇ ਤੋਂ ਅੱਗੇ ਦੁਹਰਾਈਆਂ ਜਾ ਰਹੀਆਂ ਨੇ? ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਉਹਨਾਂ ਦੀ ਸਿਕਿਉਰਿਟੀ ਵਧਾਈ ਗਈ, ਸਰਕਾਰ ਵਧਾਉਂਦੀ ਜੇ ਖਤਰਾ ਮਹਿਸੂਸ ਕਰਦੀ ਵਧਾ ਦੇਵੇ। ਇਹ ਸਰਕਾਰ ਦਾ ਕੰਮ ਹੈ ਕਿਸੇ ਨੂੰ ਸਿਕਿਉਰਿਟੀ ਦੇਣੀ ਕਿ ਨਹੀਂ ਦੇਣੀ ਫੈਸਲਾ ਕਰੇ। ਦੂਜਾ ਇਹ ਕਿ ਸਨਿਚਰਵਾਰ ਘਟਨਾ ਵਾਪਰੀ ਹੈ, ਬੋਰ ਦੇ ਭਾਜਪਾ ਵਿਧਾਇਕ ਨੂੰ ਮਲੋਟ ਦੇ ਵਿੱਚ ਲੋਕਾਂ ਨੇ ਕੁੱਟਿਆ, ਕਿਸਾਨਾਂ ਦੇ ਕੁਝ ਵਰਕਰ ਗਲ ਪੈ ਗਏ, ਉਹਨਾਂ ਕੱਪੜੇ ਪਾੜ ਤੇ ਨੰਗਾ ਕਰ ਦਿੱਤਾ। ਇਹ ਐਤਵਾਰ ਨੂੰ ਛੁੱਟੀ ਵਾਲੇ ਦਿਨ ਜਾ ਕੇ ਗਵਰਨਰ ਨੂੰ ਮਿਲੇ। ਗਵਰਨਰ ਨੇ ਪੰਜਾਬ ਸਰਕਾਰ ਨੂੰ ਜਿਹੜਾ ਸਖਤੀ ਨਾਲ ਆਖਿਆ ਕਿ ਤੁਸੀਂ ਇਹਨਾਂ ਨੂੰ ਸਿਕਿਉਰਿਟੀ ਦਿਓ। ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਿਕਿਉਰਿਟੀ ਦੇ ਦਿੱਤੀ। ਜ਼ਿਲ੍ਹਿਆਂ ਦੇ ਐਸਐਸਪੀ ਨੂੰ, ਡਿਪਟੀ ਕਮਿਸ਼ਨਰਾਂ ਨੂੰ, ਆਈਜੀ, ਡੀਆਈਜੀ ਤੇ ਵੱਡੇ ਸ਼ਹਿਰਾਂ ਦੇ ਪੁਲਿਸ ਕਮਿਸ਼ਨਰਾਂ ਨੂੰ ਆਖਿਆ ਕਿ ਇਹਨਾਂ ਨੂੰ ਚੇਤੀ ਸਿਕਿਉਰਿਟੀ ਦਿਓ। ਜੇ ਗਨਮੈਨ ਮਿਲੇ ਆ ਤੇ ਹੋਰ ਵਧਾ ਦਿਓ। ਇਹ ਜਿੱਥੇ ਵੀ ਕਿਤੇ ਜਾਂਦੇ ਆ ਲੋੜ ਪਵੇ ਤੇ ਪੀਏਪੀ ਤੋਂ ਕਮਾਂਡੋ ਸੱਦ ਲਓ, ਪਰ ਇਹਨਾਂ ਨੂੰ ਕੋਈ ਸੁਰੱਖਿਆ 'ਚ ਕਮੀ ਨਹੀਂ ਹੋਣੀ ਚਾਹੀਦੀ। ਠੀਕ ਹੈ, ਕਰਦੇ ਕੋਈ ਗੱਲ। ਤੀਸਰਾ ਸਵਾਲ ਆ ਜਾਂਦਾ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇਸ ਮੁੱਦੇ ਨੂੰ ਫਿਰਕੂ ਰੰਗ ਦੇਣ ਦਾ ਯਤਨ ਕੀਤਾ ਜਾ ਰਿਹਾ, ਇਹ ਦੋਵਾਂ ਪਾਸਿਆਂ ਤੋਂ ਹੋ ਰਿਹਾ। ਕਿਸਾਨ ਇਹ ਤੋਂ ਪਾਸੇ ਨੇ, ਕਿਸਾਨ ਇਹਨੂੰ ਫਿਰਕੂ ਰੰਗ ਨਹੀਂ ਦੇਣਾ ਚਾਹੁੰਦੇ।
ਜੀ ਕਿਸਾਨ ਇਹਨੂੰ ਸਿਰਫ ਤੇ ਸਿਰਫ ਕਿਸਾਨਾਂ ਦਾ ਮੁੱਦਾ ਰੱਖਣਾ ਚਾਹੁੰਦੇ ਆ। ਉਸ ਮੁੱਦੇ ਤੇ ਭਾਜਪਾ ਦਾ ਵਿਰੋਧ ਕਰਦੇ ਆ ਤੇ ਕਿਸਾਨਾਂ ਦੀ ਲੀਡਰਸ਼ਿਪ ਨੇ ਆਖਿਆ ਕਿ ਅਸੀਂ ਐਮਐਲਏ ਦੀ ਜਿਹੜੀ ਬੇਇੱਜ਼ਤੀ ਹੋਈ, ਜਿਸ ਤਰ੍ਹਾਂ ਦੇ ਕੱਪੜੇ ਪਾੜੇ ਗਏ, ਉਹਦੇ ਨਾਲ ਸਹਿਮਤ ਨਹੀਂ। ਉਹਨਾਂ ਨੇ ਆਪਣੇ ਵਰਕਰਾਂ ਨੂੰ ਵੀ ਆਖਿਆ ਕਿ ਜੇ ਅੱਗੇ ਹੋ ਵੀ ਗਿਆ ਤੇ ਅੱਗੇ ਤੋਂ ਤੁਸੀਂ ਧਿਆਨ ਰੱਖਿਓ, ਸਾਡਾ ਸੰਘਰਸ਼ ਸ਼ਾਂਤਮਈ ਆ, ਅਸੀਂ ਡਿਸਪਲਿਨ ਚ ਰਹਿ ਕੇ ਲੜਨਾ। ਪਰ ਬਾਕੀ ਜੋ ਕੁਝ ਮੀਡੀਆ ਤੇ ਹੁੰਦਾ, ਦੋਵੇਂ ਪਾਸੇ ਤੋਂ ਜੋ ਹੁੰਦਾ ਪਿਆ, ਉਹਦੇ ਨਾਲ ਕਿਸਾਨਾਂ ਦੀ ਲੀਡਰਸ਼ਿਪ ਦਾ ਕੋਈ ਵਾਸਤਾ ਨਹੀਂ। ਜੀ ਭਾਜਪਾ ਦੀ ਗੱਲ ਕਰਦੇ ਆਪਾਂ ਸਾਹਿਬ, ਤਾਮਿਲਨਾਡੂ ਵੱਲ ਚੱਲਦੇ ਹਾਂ। ਉੱਥੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਚੋਣ ਪ੍ਰਚਾਰ ਚੱਲ ਰਿਹਾ ਹੈ ਤੇ ਚੋਣ ਪ੍ਰਚਾਰ ਦੇ ਦੌਰਾਨ ਹੀ ਉਹ ਵੀਡੀਓ ਵਰਤੀ ਗਈ ਹੈ। ਇਹ ਕੀ ਮਾਮਲਾ? ਅਜੇ ਥੋੜੇ ਦਿਨ ਪਹਿਲਾਂ ਤੁਹਾਨੂੰ ਬੰਗਾਲ ਦਾ ਚੇਤਾ, ਉੱਥੇ ਇੱਕ ਬੀਬੀ ਲక్ష్ਮੀ ਦੀ ਫੋਟੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੱਖਿਆ ਗਿਆ ਸੀ ਕਿ ਇਸ ਬੀਬੀ ਕੋਲ ਮਕਾਨ ਹੈ ਨਹੀਂ ਸੀ। ਮੋਦੀ ਸਰਕਾਰ ਨੇ ਪੀਐਮ ਆਵਾਸ ਯੋਜਨਾ 'ਚ ਮਕਾਨ ਦਿੱਤਾ ਹੈ, ਬੜੀ ਖੁਸ਼ ਆ। ਬਿਲਕੁਲ। ਤੇ ਉਹਨੇ ਆਖਿਆ ਜੀ ਮੈਂ ਤੇ ਫੋਟੋ ਵੇਖ ਕੇ ਡਰ ਗਈ, ਪਤਾ ਨਹੀਂ ਕਿਉਂ ਛਾਪੀ ਆ। 500 ਰੁਪਏ ਮਹੀਨੇ ਦੇ ਕਿਰਾਏ ਤੇ ਇੱਕ ਕੋਠੜੀ ਲੈ ਕੇ ਅਸੀਂ ਰਹਿੰਦੇ ਹਾਂ, ਜਿਹ 'ਚ 6 ਜੀ ਆ ਤੇ ਹੇਠਾਂ ਉੱਤੇ ਮੰਜੇ ਛੱਤ ਨਾਲ ਟੰਗ ਕੇ ਤੇ 2 ਛੱਤਾਂ 3 ਛੱਤਾਂ ਕਰਕੇ ਸੌਂਦੇ ਆ ਤੇ ਸਾਨੂੰ ਤੇ ਕਦੇ ਕੁਝ ਮਿਲਿਆ ਨਹੀਂ। ਬੇਇੱਜ਼ਤੀ ਉਦੋਂ ਵੀ ਬਹੁਤ ਹੋਈ ਸੀ। ਹੁਣ ਤਾਮਿਲਨਾਡੂ ਦੀਆਂ ਚੋਣਾਂ ਦੇ ਵਿੱਚ ਇਹਨਾਂ ਨੇ ਇੱਕ ਵੀਡੀਓ ਜਾਰੀ ਕਰ ਦਿੱਤੀ ਹੈ। ਉਸ ਵੀਡੀਓ ਦੇ ਵਿੱਚ ਇੱਕ ਐਕਟਰਸ ਨੱਚਦੀ ਦਿਖਾਈ ਗਈ ਆ। ਉਹ ਆਪਣੀ ਵੱਲੋਂ ਕੋਈ ਫਿਲਮ ਸਟਾਰ ਇਹਨਾਂ ਨੇ ਲੱਭ ਲਈ, ਪਰ ਬਾਅਦ ਵਿੱਚ ਪਤਾ ਲੱਗਾ ਕਿ ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਆਗੂ, ਸੁਪਰੀਮ ਕੋਰਟ ਦਾ ਵੀ ਸੀਨੀਅਰ ਵਕੀਲ ਹੈ ਪੀ ਚਿਦੰਬਰਮ, ਉਹਦੇ ਪੁੱਤਰ ਕਾਰਤੀ ਚਿਦੰਬਰਮ ਜਿਹੜਾ ਪਾਰਲੀਮੈਂਟ ਮੈਂਬਰ ਆ, ਉਹਦੀ ਪਤਨੀ ਸ੍ਰੀਨਿਧੀ ਆ। ਉਹ ਸ੍ਰੀਨਿਧੀ ਚਿਦੰਬਰਮ ਦੀ ਫੋਟੋ ਉੱਥੇ ਲਾ ਦਿੱਤੀ ਗਈ ਹੈ ਤੇ ਕਾਂਗਰਸ ਪਾਰਟੀ ਨੇ ਇਹਦੇ ਉੱਤੇ ਰੋਸ ਕੀਤਾ ਕਿ ਸਾਡੀ ਕੁੜੀ ਜਿਹੜੀ ਆ ਉਹਦੀ ਫੋਟੋ ਲਾ ਕੇ ਤੁਸੀਂ ਭਾਜਪਾ ਦੇ ਪ੍ਰਚਾਰ ਕਰਦੇ ਪਏ ਹੋ, ਤੁਹਾਡੇ ਕੋਲ ਆਪਣੀ ਕੋਈ ਨਹੀਂ, ਤੁਸੀਂ ਇਹਦੀ ਪਰਮਿਸ਼ਨ ਲੈ ਲਈ ਸੀ, ਇੰਨੀ ਠੱਗੀ ਕਿਉਂ ਕਰ ਰਹੇ ਹੋ? ਦੂਜੀ ਗੱਲ ਇਹ ਤੋਂ ਵੀ ਇੰਟਰਸਟਿੰਗ ਹੈ, ਭਾਜਪਾ ਉੱਥੇ ਅੰਨਾ ਡੀਐਮਕੇ ਨਾਲ ਖੜੀ ਹੈ ਤੇ ਮੁਕਾਬਲਾ ਡੀਐਮਕੇ ਪਾਰਟੀ ਨਾਲ ਹੈ। ਡੀਐਮਕੇ ਪਾਰਟੀ ਦਾ ਲੀਡਰ ਸਟਾਲਿਨ ਹੈ ਤੇ ਸਟਾਲਿਨ ਦਾ ਬਾਪ 4 ਵਾਰੀ ਸ਼ਾਇਦ ਉਹ ਮੁੱਖ ਮੰਤਰੀ ਬਣਿਆ ਸੀ। ਐਮ ਕਰੁਣਾਨਿਧੀ ਇਸ ਵੇਲੇ ਦੁਨੀਆ ਤੇ ਨਹੀਂ। ਤੇ ਜਿਹੜਾ ਗਾਣਾ ਇਸ ਵੀਡੀਓ ਦੇ ਨਾਲ ਭਾਜਪਾ ਨੇ ਚਿਦੰਬਰਮ ਦੀ ਨੂੰਹ ਨੂੰ ਨੱਚਦੀ ਵਿਖਾ ਕੇ ਜਿਹੜਾ ਵੀਡੀਓ ਤੇ ਗਾਣਾ ਲਾਇਆ, ਉਹ ਗਾਣਾ ਵੀ ਕਿਸੇ ਭਾਜਪਾ ਵਾਲੇ ਦਾ ਨਹੀਂ, ਕਿਸੇ ਹੋਰ ਦਾ ਨਹੀਂ, ਉਹ ਚੁੱਕ ਕੇ ਕਰੁਣਾਨਿਧੀ ਦਾ ਲਾਇਆ ਗਿਆ, ਜਿਹਦਾ ਪੁੱਤਰ ਇਹਨਾਂ ਦੇ ਮੁਕਾਬਲੇ 'ਚ ਲੜਾਈ ਲੜਨ ਵਾਲੀ ਮੁੱਖ ਪਾਰਟੀ ਡੀਐਮਕੇ ਦਾ ਇਸ ਵੇਲੇ ਆਗੂ ਹੈ। ਇਹਦੇ ਤੋਂ ਵੀ ਰੌਲਾ ਪਿਆ ਕਿ ਗਾਣਾ ਤੁਸੀਂ ਡੀਐਮਕੇ ਦਾ ਲਾਉਂਦੇ, ਜਿਹੜੇ ਤੁਹਾਡੇ ਵਿਰੋਧੀ ਨੇ। ਤੁਹਾਨੂੰ ਜੈਲਲਤਾ ਦਾ ਕੋਈ ਨਹੀਂ ਲੱਭਾ ਤੇ ਮੂਵੀ ਤੁਸੀਂ ਉਹਦੀ ਵਰਤ ਰਹੇ ਆ, ਕਲਿੱਪ ਵਰਤ ਰਹੇ ਆ ਜਿਹੜੀ ਕਾਂਗਰਸ ਵਾਲਿਆਂ ਦੀ ਨੂੰਹ ਆ, ਤੇ ਤੁਹਾਡੇ ਕੋਲ ਆਪਣੀ ਕੋਈ ਨਹੀਂ। ਤੁਹਾਡੇ ਕੋਲ ਬਥੇਰੀਆਂ ਫਿਲਮ ਸਟਾਰ ਭਾਜਪਾ ਵਿੱਚ ਵੀ ਹੈਗੀਆਂ ਸੀ। ਇਹ ਜਿਹੜੇ ਢੰਗ ਨਾਲ ਕਾਹਲ ਕਦਮੀ 'ਚ ਇਹਨਾਂ ਨੇ ਬੰਗਾਲ ਵਿੱਚ ਲక్ష్ਮੀ ਦੀ ਫੋਟੋ ਲਾ ਕੇ ਆਖਿਆ ਸੀ ਕਿ ਉਹਨੂੰ ਮਕਾਨ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇ ਬੀਬੀ ਬੜੀ ਖੁਸ਼ ਆ। ਤੇ ਹੁਣ ਉਸੇ ਤਰ੍ਹਾਂ ਤਾਮਿਲਨਾਡੂ 'ਚ ਜਾ ਕੇ ਇਹਨਾਂ ਨੇ ਜਿਸ ਤਰ੍ਹਾਂ ਚਿਦੰਬਰਮ ਦੀ ਨੂੰਹ ਦੀ ਫੋਟੋ ਵਾਲਾ, ਉਹਦੇ ਵੀਡੀਓ ਵਾਲਾ ਕਲਿੱਪ ਵਰਤਿਆ, ਉਹਦੇ ਤੋਂ ਲੱਗਦਾ ਹੈ ਕਿ ਭਾਜਪਾ ਦੇ ਅੰਦਰ ਇਸ ਵੇਲੇ ਚੋਣਾਂ ਦੇ ਮੁੱਦੇ ਤੇ ਕਾਫੀ ਘਬਰਾਹਟ ਆ ਤੇ ਉਰਲ ਪਰਲ ਦੀਆਂ ਗੱਲਾਂ ਮਾਰਦੇ ਆ। ਇਦਾਂ ਦੀਆਂ ਬੰਦਾ ਬੇਥਵੀਆਂ ਉਦੋਂ ਮਾਰਦਾ ਹੁੰਦਾ ਜਦੋਂ ਉਹਦੇ ਪੈਰ ਟਿਕਦੇ ਜੇ ਨਾ ਹੋਣ, ਤਿਲਕਦੇ ਜਾਪਦੇ ਹੋਣ। ਇਹਦੇ ਨਾਲ ਵੀ ਅੱਜ ਉਹਨਾਂ ਦੀ ਪੋਜੀਸ਼ਨ ਫਿਰ ਇੱਕ ਵਾਰੀ ਖਰਾਬ ਹੋਈ ਹੈ। ਉਦਾਂ ਮੰਨਿਆ ਜਾਂਦਾ ਹੈ ਕਿ ਇਹਨਾਂ ਦਾ ਆਈਟੀ ਸੈੱਲ ਬਹੁਤ ਮਜ਼ਬੂਤ ਹੈ, ਪਰ ਪਤਾ ਨਹੀਂ ਕੀ ਕੁਝ ਦੇਖ ਕੇ ਨੈਟ ਤੇ ਚੱਲਦਾ ਰਹਿੰਦਾ ਨਾ, ਲੋਕਾਂ ਦੇ ਉੱਤੇ ਦੋਸ਼ ਲਾਉਣ ਵਾਸਤੇ, ਪੁੱਠੀਆਂ ਸਿੱਧੀਆਂ ਘਾੜਤਾਂ ਕੱਢਣ ਵਾਸਤੇ ਮਜ਼ਬੂਤ ਹੈ। ਅੱਜ ਤੱਕ ਉਹਨਾਂ ਨੇ ਕੋਈ ਬਿਲਕੁਲ ਮਾਰ ਕੇ ਵਾਲਾ ਕੰਮ ਕੀਤਾ ਹੋਵੇ, ਪੋਜ਼ਿਟਿਵ ਡਾਇਰੈਕਸ਼ਨ 'ਚ ਗਏ ਹੋਣ, ਇਹੋ ਜਿਹੀ ਕੋਈ ਘਟਨਾ ਬਹੁਤ ਵਿਰਲੀ ਲੱਭਦੀ ਹੈ। ਬਿਲਕੁਲ। ਪੰਨ ਸਾਹਿਬ, ਅਮਰੀਕਾ ਵਿੱਚ ਜਾਰਜ ਫਲਾਇਡ ਦੀ ਹੱਤਿਆ ਹੋਈ ਸੀ। ਆਪਾਂ ਦੇਖਿਆ ਕਿ ਪੁਲਿਸ ਵਾਲੇ ਨੇ ਕਿਸ ਤਰ੍ਹਾਂ ਉਹਦੀ ਧੌਣ ਤੇ ਗੋਡਾ ਰੱਖਿਆ ਤੇ ਉਸ ਤੋਂ ਬਾਅਦ ਉਹਦੀ ਮੌਤ ਹੋਈ। ਮਾਮਲਾ ਕਈ ਦੇਸ਼ਾਂ 'ਚ ਪਹੁੰਚਿਆ, ਕਈ ਥਾਵਾਂ ਦੇ ਉੱਪਰ ਬੁੱਤ ਵੀ ਤੋੜੇ ਗਏ ਬਹੁਤ ਸਾਰੇ ਲੋਕਾਂ ਦੇ, ਤੇ ਹੁਣ ਇਸ ਕੇਸ ਦੀ ਸੁਣਵਾਈ ਹੋ ਰਹੀ ਹੈ। ਕਿੱਥੇ ਤੱਕ ਕੇਸ ਪਹੁੰਚਿਆ ਤੇ ਕੇਸ ਵਿੱਚ ਅੱਗੇ ਕੀ ਨਿਕਲਣ ਦੀ ਸੰਭਾਵਨਾ? ਦੇਖੋ, ਗੱਲ ਇਹ ਹੈ ਕਿ ਜਾਰਜ ਫਲਾਇਡ ਜਿਹੜਾ, ਉਹ ਜਦੋਂ ਪਿਛਲੇ ਸਾਲ ਮਾਰਿਆ ਗਿਆ, ਕਿੰਨਾ ਰੌਲਾ ਇਹਦੇ ਉੱਤੇ ਪਿਆ ਸੀ, ਉਹਦਾ ਮੁੱਦਾ ਉੱਠਿਆ ਤੇ ਸਾਰੀ ਦੁਨੀਆ ਦੇ ਵਿੱਚ ਨਸਲਵਾਦ ਦਾ ਵਿਰੋਧ ਸ਼ੁਰੂ ਹੋ ਗਿਆ ਸੀ। ਪਤਾ ਇਹ ਲੱਗਾ ਸੀ ਕਿਉਂਕਿ ਉਹ ਗੋਰਾ ਨਹੀਂ ਸੀ, ਪੱਕੇ ਰੰਗ ਵਾਲਿਆਂ ਵਿੱਚੋਂ ਸੀ, ਇਸ ਕਰਕੇ ਉਹਨੂੰ ਘੇਰ ਕੇ ਉਹਦੀ ਧੌਣ ਦੇ ਉੱਤੇ 9 ਮਿੰਟ 29 ਸੈਕਿੰਡ ਤੱਕ ਇੱਕ ਪੁਲਿਸ ਵਾਲੇ ਨੇ ਗੋਡਾ ਰੱਖ ਛੱਡਿਆ ਸੀ। ਦੂਰ ਖਲੋਤਾ ਇੱਕ ਬੰਦਾ ਕਹਿੰਦਾ ਰਿਹਾ ਉਹ ਮਰ ਜੂਗਾ। ਉਹ ਬੰਦਾ ਆਪ ਕਿਉਂਕਿ ਫਿਜ਼ੀਕਲ ਟ੍ਰੇਨਿੰਗ ਨਾਲ ਜੁੜਿਆ ਸੀ, ਉਹਨੇ ਕਿਹਾ ਵੀ ਇਹਦਾ ਸਾਹ ਰੁਕਦਾ ਪਿਆ, ਮਰ ਜੂਗਾ, ਪਰ ਪੁਲਿਸ ਵਾਲੇ ਨੇ ਪਰਵਾਹ ਨਹੀਂ ਸੀ ਕੀਤੀ। ਜਦੋਂ ਉੱਥੇ ਫਿਰ ਜਾਰਜ ਵਾਸ਼ਿੰਗਟਨ ਦੇ ਬੁੱਤ ਵੀ ਤੋੜੇ ਗਏ ਤੇ ਕੋਲੰਬਸ ਦੇ ਬੁੱਤ ਵੀ ਤੋੜੇ ਗਏ ਤੇ ਨਸਲਵਾਦ ਦਾ ਦੋਸ਼ ਲਾ ਕੇ ਇੰਗਲੈਂਡ ਦੇ ਵਿੱਚ ਵੀ ਇੱਥੋਂ ਤੱਕ ਆਸਟ੍ਰੇਲੀਆ ਤੱਕ ਜਾ ਕੇ ਬੁੱਤ ਤੋੜਨੇ ਸ਼ੁਰੂ ਹੋ ਗਏ। ਉਦੋਂ ਫਿਰ ਉੱਥੋਂ ਦੀ ਸਰਕਾਰ ਨੇ, ਅਮਰੀਕਾ ਵਾਲੀ ਨੇ, ਪੁਲਿਸ ਦੇ 3 ਅਫਸਰਾਂ ਨੂੰ ਸਸਪੈਂਡ ਕੀਤਾ ਸੀ। ਜਿਹੜੇ ਇੱਕ ਅਫਸਰ ਦੇ ਉੱਤੇ ਮੁੱਖ ਤੌਰ ਤੇ ਦੋਸ਼ ਲੱਗਦਾ, ਉਸ ਅਫਸਰ ਦੇ ਖਿਲਾਫ ਇਸ ਸੋਮਵਾਰ ਮੁਕੱਦਮਾ ਸ਼ੁਰੂ ਹੋ ਗਿਆ। ਉਸ ਮੁਕੱਦਮੇ 'ਚ ਸਰਕਾਰ ਦੇ ਵਕੀਲ ਨੇ ਆਖਿਆ ਜਿਹਨੇ ਬਹੁਤ ਜ਼ਿਆਦਤੀ ਕੀਤੀ, ਜੋ ਇਹਨੇ ਕੀਤਾ,
ਮਨੁੱਖੀ ਹੱਕਾਂ ਦਾ ਘਾਣ ਸੀ, ਇਸ ਤਰ੍ਹਾਂ ਬਿਲਕੁਲ ਨਹੀਂ ਸੀ ਕੀਤਾ ਜਾਣਾ ਚਾਹੀਦਾ। ਜੀ ਉਸੇ ਨੇ ਦੱਸਿਆ ਕਿ 9 ਮਿੰਟ 29 ਸੈਕਿੰਡ ਤੱਕ ਇੱਕ ਗੋਡਾ ਉਹਦੀ ਧੌਣ ਤੇ ਦੂਸਰਾ ਉਹਦੀ ਛਾਤੀ ਤੇ ਰੱਖਿਆ ਗਿਆ ਤੇ ਉਹਨੂੰ ਇਸ ਤਰ੍ਹਾਂ ਦਬਾਇਆ ਗਿਆ ਕਿ ਉਹਨੂੰ ਸਾਹ ਨਹੀਂ ਆ ਸਕਿਆ। ਥੱਲਿਓਂ ਕਹਿੰਦਾ ਵੀ ਰਿਹਾ ਔਖਾ ਹੋ ਕੇ, ਉਹ ਮੇਰਾ ਸਾਹ ਰੁਕ ਗਿਆ, ਪਾਸਿਓਂ ਵੀ ਕਹਿੰਦੇ ਰਹੇ। ਬਿਲਕੁਲ ਉਹਦੇ ਜਵਾਬ ਵਿੱਚ ਜਿਹੜਾ ਡਿਫੈਂਸ ਦਾ ਵਕੀਲ ਆ, ਉਸ ਪੁਲਿਸ ਅਫਸਰ ਦਾ ਵਕੀਲ, ਉਹ ਕਹਿੰਦਾ ਜੀ ਮੇਰੇ ਕਲਾਇੰਟ ਨੇ ਪੁਲਿਸ ਅਫਸਰ ਦੇ ਤੌਰ ਤੇ ਉਹ ਕੁਝ ਕੀਤਾ ਜੋ ਬੜੇ ਲੰਮੇ ਸਮੇਂ ਦੀ ਉਹਦੀ ਸਰਵਿਸ ਦੇ ਦੌਰਾਨ ਉਹਦੇ ਪੁਲਿਸ ਕੈਰੀਅਰ ਦੇ ਵਿੱਚ ਉਹਨੂੰ ਦੱਸਿਆ ਗਿਆ ਸੀ ਕਿ ਕ੍ਰਿਮੀਨਲ ਨਾਲ ਇਸ ਤਰ੍ਹਾਂ ਨਜਿੱਠਣਾ। ਜਦੋਂ ਆਸੇ-ਪਾਸੇ ਖੜੀ ਭੀੜ ਇਸ ਬੰਦੇ ਦੀ ਸਪੋਰਟ ਵਿੱਚ ਬੋਲ ਰਹੀ ਸੀ, ਇਹ ਬੰਦਾ ਛੁੱਟ ਕੇ ਭੱਜਣ ਦੇ ਚੱਕਰ ਵਿੱਚ ਸੀ, ਪੁਲਿਸ ਦੀ ਗੱਡੀ ਤੇ ਚੜ੍ਹਨ ਨੂੰ ਤਿਆਰ ਨਹੀਂ ਸੀ। ਇਸ ਕਰਕੇ ਪੁਲਿਸ ਅਫਸਰ ਨੇ ਇਹਦੀ ਧੌਣ ਤੇ ਗੋਡਾ ਰੱਖਿਆ ਸੀ। ਯਾਨੀ ਡਿਫੈਂਸ ਦੇ ਵਕੀਲ ਨੇ ਸਾਬਤ ਕਰਨ ਦਾ ਯਤਨ ਕੀਤਾ ਕਿ ਉਹਨੇ ਕੁਝ ਗਲਤ ਨਹੀਂ ਸੀ ਕੀਤਾ। ਜੀ ਇਹਦੇ ਬਾਵਜੂਦ ਜਿਹੜਾ ਅਗਲੇ ਪਾਸੇ ਸਰਕਾਰੀ ਵਕੀਲ ਹੈ ਜਿਹਨੇ ਕੇਸ ਪੇਸ਼ ਕੀਤਾ, ਉਹ ਇਸ ਕੇਸ ਦੇ ਵਿੱਚ ਕਿ ਪੁਲਿਸ ਅਫਸਰ ਨੇ ਗਲਤ ਕੀਤਾ ਸੀ, ਮਨੁੱਖੀ ਹੱਕਾਂ ਦਾ ਘਾਣ ਹੋਇਆ। ਇਹ ਮਸਲਾ ਨਸਲਵਾਦ ਦਾ ਕਰਕੇ ਸੀ ਕਿ ਨਹੀਂ ਸੀ, ਇਹ ਤਾਂ ਅਜੇ ਅਦਾਲਤ ਫੈਸਲਾ ਕਰੂ। ਪਰ ਮੁੱਢਲੇ ਤੌਰ ਤੇ ਇਹ ਗੱਲ ਸਾਹਮਣੇ ਆ ਗਈ ਹੈ ਕਿ ਜਿਨ੍ਹਾਂ ਲੋਕਾਂ ਨੂੰ ਆਨੇ-ਬਾਨੇ ਆਪਣੇ ਬਿਆਨਾਂ ਦੇ ਵਿੱਚ, ਇਸ਼ਾਰਿਆਂ ਦੇ ਵਿੱਚ ਉਸ ਵਕਤ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਉਕਸਾਉਣ ਵਰਗੀਆਂ ਗੱਲਾਂ ਕਰਦਾ ਸੀ, ਜੀ ਉਹਦੇ ਨਾਲ ਜੋ ਕੁਝ ਉੱਥੇ ਹੁੰਦਾ ਰਿਹਾ, ਜੋ ਅਮਰੀਕਾ 'ਚ ਨਸਲਵਾਦ ਦੀਆਂ ਝਲਕਾਂ ਮਿਲੀਆਂ। ਅੱਜ ਵੀ ਹੁਣੇ ਥੋੜੀ ਦੇਰ ਪਹਿਲਾਂ ਇੱਕ ਵੀਡੀਓ ਆਈ, ਇੱਕ ਏਸ਼ੀਅਨ ਔਰਤ ਨੂੰ ਇੱਕ ਗੋਰਾ ਕੁੱਟ ਰਿਹਾ, ਜ਼ਮੀਨ ਤੇ ਡਿੱਗੀ ਪਈ ਨੂੰ ਠੁੱਡ ਮਾਰ ਰਿਹਾ। ਜੇ ਆਹ ਕੇਸ ਕਿਸੇ ਪਾਸੇ ਲੱਗ ਜਾਂਦਾ, ਇਹ ਟੈਸਟ ਕੇਸ ਆ, ਜਿਸ ਤੋਂ ਬਾਅਦ ਹੁਣ ਜਿਹੜੇ ਏਸ਼ੀਅਨਾਂ ਦੇ ਉੱਤੇ ਹਮਲੇ ਹੋ ਰਹੇ ਆ, ਉਹਨਾਂ ਹਮਲਿਆਂ ਦੇ ਮਾਮਲੇ ਵਿੱਚ ਵੀ ਅਮਰੀਕਾ ਦੀ ਸਰਕਾਰ ਨੂੰ ਨਵੇਂ ਸਿਰੇ ਤੋਂ ਸੋਚਣਾ ਪਵੇਗਾ। ਸੋ ਇਸ ਕਰਕੇ ਜਾਰਜ ਫਲਾਇਡ ਵਾਲਾ ਜਿਹੜਾ ਕਤਲ ਕੇਸ ਹੈ, ਉਹ ਕਤਲ ਕੇਸ ਇੱਕ ਬੰਦੇ ਦਾ, ਇੱਕ ਪੁਲਿਸ ਅਫਸਰ ਦੇ ਖਿਲਾਫ ਨਹੀਂ, ਇੱਕ ਸਿਸਟਮ ਤੇ ਇੱਕ ਨਸਲਵਾਦੀ ਰੁਚੀ ਦੇ ਖਿਲਾਫ ਆ, ਜਿਹਦੇ ਉੱਤੇ ਇਸ ਵੇਲੇ ਦੁਨੀਆ ਭਰ ਦੇ ਲੋਕਾਂ ਦੀਆਂ ਅੱਖਾਂ ਟਿਕੀਆਂ ਹੋਈਆਂ ਨੇ। ਏਸ਼ੀਅਨ ਲੋਕ ਜਿਹੜੇ ਅਮਰੀਕਾ 'ਚ ਰਹਿੰਦੇ ਉਹਨਾਂ ਦੀਆਂ ਵੀ, ਤੇ ਅਸੀਂ ਜਿਹੜੇ ਦੂਰ ਬੈਠੇ ਆ, ਸਾਡੀਆਂ ਅੱਖਾਂ ਵੀ ਸਾਰਿਆਂ ਦੀਆਂ ਉੱਤੇ ਟਿਕੀਆਂ ਹੋਈਆਂ ਨੇ। ਜੀ ਅੱਖਾਂ ਵੀ ਟਿਕੀਆਂ ਤੇ ਅਦਾਲਤ ਵੀ ਦੇਖਦੇ ਆ ਹੁਣ ਕੀ ਫੈਸਲਾ ਇੱਥੇ ਸੁਣਾਉਂਦੀ ਆ। ਪਨੂ ਸਾਹਿਬ, ਖਬਰਾਂ ਤੇ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਸੋ ਅੱਜ ਦੇ ਪ੍ਰੋਗਰਾਮ ਨੂੰ ਹੁਣ ਇੱਥੇ ਸਮੇਟਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।